ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਪੰਜਾਬੀ ਦੇ ਵਿੱਚ ਗ੍ਰਾਮਰ ਦੇ ਵਿੱਚ ਅਗਲਾ ਟੌਪਿਕ ਪੜ੍ਹਾਂਗੇ ਪੜ੍ਹਨਾਂਵ। ਪੜ੍ਹਨਾਂਵ ਕੀ ਹੁੰਦਾ ਹੈ? ਤਾਂ ਹਿੰਦੀ ਵਿਆਕਰਨ ਦੇ ਵਿੱਚ ਜੋ ਤੁਸੀਂ ਸਰਵਨਾਮ ਪੜ੍ਹਦੇ ਹੋ, ਪੰਜਾਬੀ ਵਿੱਚ ਉਸਨੂੰ ਪੜ੍ਹਨਾਂਵ ਆਖਿਆ ਜਾਂਦਾ ਹੈ। ਤਾਂ ਪੜ੍ਹਨਾਂਵ ਦੇ ਬਾਰੇ ਅਸੀਂ ਪੜ੍ਹਾਂਗੇ ਅੱਜ। ਸਾਡਾ ਕੁਐਸਚਨ ਹੈ ਕਿ ਪੜ੍ਹਨਾਂਵ ਕਿਸ ਨੂੰ ਕਹਿੰਦੇ ਹਨ, ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ, ਉਦਾਹਰਣ ਸਹਿਤ ਦੱਸੋ। ਤਾਂ ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਇਸ ਦੀ ਪਰਿਭਾਸ਼ਾ। ਪੜ੍ਹਨਾਂਵ ਦੀ ਪਰਿਭਾਸ਼ਾ ਕੀ ਹੈ ਕਿ ਜਿਹੜਾ ਸ਼ਬਦ ਕਿਸੇ ਨਾਂਵ ਸ਼ਬਦ ਦੀ ਥਾਂ ਵਰਤਿਆ ਜਾਵੇ ਉਸ ਨੂੰ ਪੜ੍ਹਨਾਂਵ ਕਹਿੰਦੇ ਹਨ। ਪਹਿਲਾਂ ਅਸੀਂ ਨਾਂਵ ਪੜ੍ਹਿਆ ਸੀ। ਤਾਂ ਪੜ੍ਹਨਾਂਵ ਕੀ ਹੁੰਦਾ ਹੈ? ਜਿਹੜਾ ਨਾਂਵ ਦੀ ਥਾਂ 'ਤੇ ਵਰਤਿਆ ਜਾਵੇ ਉਸ ਨੂੰ ਪੜ੍ਹਨਾਂਵ ਕਹਿੰਦੇ ਹਨ। ਜਿਵੇਂ ਮੈਂ, ਤੂੰ, ਉਹ, ਇਹ, ਅਸੀਂ, ਤੁਸੀਂ, ਇਹਨਾਂ, ਇਹ ਸਾਰੇ ਸ਼ਬਦ ਕੀ ਹਨ? ਪੜ੍ਹਨਾਂਵ। ਅੱਗੇ ਹਨ ਇਸ ਦੇ ਪ੍ਰਕਾਰ। ਪੜ੍ਹਨਾਂਵ 6 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਪੁਰਖਵਾਚਕ ਪੜ੍ਹਨਾਂਵ। ਪੁਰਖਵਾਚਕ ਦੇ ਬਾਰੇ ਅਸੀਂ ਪੜ੍ਹਾਂਗੇ। ਆਪਸ ਵਿੱਚ ਗੱਲਬਾਤ ਕਰਨ ਵਾਲੇ ਕਰਦਿਆਂ ਹੋਇਆਂ ਅਸੀਂ ਆਪਣਾ ਜਾਂ ਦੂਜੇ ਦਾ ਨਾਮ ਲੈਣ ਦੀ ਥਾਂ ਜਿਹੜੇ ਸ਼ਬਦ ਦੀ ਵਰਤੋਂ ਕਰਦੇ ਹਾਂ ਉਸ ਨੂੰ ਪੁਰਖਵਾਚਕ ਪੜ੍ਹਨਾਂਵ ਕਹਿੰਦੇ ਹਨ। ਜਿਵੇਂ ਕਿ ਮੈਂ, ਤੂੰ, ਉਹ, ਉਸ, ਤੈਨੂੰ, ਅਸੀਂ ਆਦਿ। ਇਹ 3 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਪਹਿਲਾ ਪੁਰਖ ਜਾਂ ਉੱਤਮ ਪੁਰਖ। ਜੋ ਪੁਰਖ ਗੱਲ ਕਰਦਾ ਹੈ ਉਸ ਨੂੰ ਪਹਿਲਾ ਪੁਰਖ ਜਾਂ ਉੱਤਮ ਪੁਰਖ ਆਖਿਆ ਜਾਂਦਾ ਹੈ। ਜਿਵੇਂ ਕਿ ਮੈਂ, ਮੈਨੂੰ ਪਹਿਲੇ ਪੁਰਖ ਦੇ ਇੱਕ ਵਚਨ ਹਨ। ਅਸੀਂ, ਸਾਨੂੰ, ਸਾਡਾ, ਇਹ ਸਾਰੇ ਬਹੁਵਚਨ ਹਨ ਪਹਿਲੇ ਪੁਰਖ ਦੇ। ਮਤਲਬ ਕੀ ਹੈ ਕਿ ਗੱਲ ਕਰਨ ਲੱਗਿਆ ਜਿਹੜਾ ਬੰਦਾ ਆਪਣੇ ਬਾਰੇ ਗੱਲ ਕਰ ਰਿਹਾ ਹੋਵੇ ਉਸ ਨੂੰ ਪਹਿਲਾ ਪੁਰਖ ਜਾਂ ਉੱਤਮ ਪੁਰਖ ਕਿਹਾ ਜਾਂਦਾ ਹੈ। ਅੱਗੇ ਹੈ ਦੂਜਾ ਪੁਰਖ। ਦੂਜਾ ਪੁਰਖ ਕੀ ਹੁੰਦਾ ਹੈ ਕਿ ਜਿਸ ਪੁਰਖ ਦੇ ਨਾਲ ਗੱਲ ਕੀਤੀ ਜਾਵੇ। ਮੰਨ ਲਓ ਕਿ ਕਈ ਜਣੇ ਇਕੱਠੇ ਖੜੇ ਹਨ ਤਾਂ ਇੱਕ ਬੋਲ ਰਿਹਾ ਹੈ ਤਾਂ ਉਹ ਪਹਿਲਾ ਪੁਰਖ ਹੈ। ਦੂਜਾ ਜਿਸ ਦੇ ਨਾਲ ਉਹ ਗੱਲ ਕਰ ਰਿਹਾ ਹੈ ਉਹ ਦੂਜਾ ਪੁਰਖ ਜਾਂ ਮੱਧਮ ਪੁਰਖ ਹੈ। ਤਾਂ ਉਸ ਦੇ ਉਦਾਹਰਣ ਕੀ ਹਨ? ਜਿਵੇਂ ਕਿ ਤੂੰ, ਤੇਰਾ, ਤੁਸੀਂ, ਤੁਹਾਡਾ ਤੇ ਤੁਹਾਨੂੰ ਆਦਿ। ਅੱਗੇ ਹੈ ਤੀਜਾ ਪੁਰਖ। ਤੀਜਾ ਪੁਰਖ ਜਾਂ ਅਨਪੁਰਖ। ਇਹ ਕੀ ਹੁੰਦਾ ਹੈ ਕਿ ਜਿਸ ਪੁਰਖ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਉਸ ਨੂੰ ਤੀਜਾ ਪੁਰਖ ਜਾਂ ਅਨਪੁਰਖ ਆਖਿਆ ਜਾਂਦਾ ਹੈ। ਮਤਲਬ ਕਿ ਦੋ ਬੰਦੇ ਕਿਸੇ ਤੀਜੇ ਦੇ ਬਾਰੇ ਗੱਲ ਕਰ ਰਹੇ ਹਨ ਤਾਂ ਉਸਨੂੰ ਤੀਜਾ ਪੁਰਖ ਆਖਿਆ ਜਾਏਗਾ। ਜਿਸ ਦੇ ਬਾਰੇ ਗੱਲ ਹੁੰਦੀ ਹੈ ਉਹ ਤੀਜਾ ਪੁਰਖ। ਜਿਵੇਂ ਕਿ ਉਹ, ਉਸਦਾ, ਉਹਦੀ, ਉਹਨਾਂ, ਇਹ, ਇਹਨਾਂ, ਇਸਦਾ ਆਦਿ। ਇਹ ਤਾਂ ਸੀ ਪਹਿਲਾ ਯਾਨੀ ਕਿ ਪੁਰਖਵਾਚਕ ਪੜ੍ਹਨਾਂਵ ਦੀ ਪਰਿਭਾਸ਼ਾ ਅਤੇ ਉਸਦੇ ਭੇਦ ਅਤੇ ਉਹਨਾਂ ਦੀ ਪਰਿਭਾਸ਼ਾ। ਅੱਗੇ ਪੜ੍ਹਨਾਂਵ ਦਾ ਦੂਜਾ ਭੇਦ ਆਉਂਦਾ ਹੈ ਨਿਜਵਾਚਕ ਪੜ੍ਹਨਾਂਵ। ਤਾਂ ਇਸ ਦੀ ਪਰਿਭਾਸ਼ਾ ਹੈ ਜਿਹੜਾ ਪੜ੍ਹਨਾਂਵ ਕਰਤਾ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਉਸ ਨੂੰ ਨਿਜਵਾਚਕ ਪੜ੍ਹਨਾਂਵ ਕਹਿੰਦੇ ਹਨ। ਜਿਵੇਂ ਆਪ, ਆਪੇ, ਆਪਸ ਆਦਿ। ਉਦਾਹਰਣ ਦੇਖੋ ਇਸਦਾ। ਉਹ ਆਪ ਸਮਝਦਾਰ ਹਨ, ਉਹਨਾਂ ਨੂੰ ਕੌਣ ਸਮਝਾਵੇ। ਤਾਂ ਇਸ ਦੇ ਵਿੱਚ ਜਿਹੜਾ ਆਪ ਸ਼ਬਦ ਹੈ ਉਹ ਨਿਜਵਾਚਕ ਹੈ। ਅੱਗੇ ਤੀਜਾ ਪ੍ਰਕਾਰ ਆਉਂਦਾ ਇਸਦਾ ਅਨਿਸ਼ਚੈਵਾਚਕ ਪੜ੍ਹਨਾਂਵ। ਨਿਸ਼ਚੈਵਾਚਕ ਪੜ੍ਹਨਾਂਵ। ਤਾਂ ਕਿਸੇ ਦਿਸ ਰਹੇ ਵਿਅਕਤੀ, ਜੀਵ ਜਾਂ ਵਸਤੂ ਬਾਰੇ ਦੱਸਣ ਲਈ ਨਾਂਵ ਸ਼ਬਦ ਦੀ ਥਾਂ ਵਰਤਿਆ ਜਾਣ ਵਾਲਾ ਸ਼ਬਦ ਨਿਸ਼ਚੈਵਾਚਕ ਪੜ੍ਹਨਾਂਵ ਹੁੰਦਾ ਹੈ। ਜਿਵੇਂ ਕਿ ਇਹ, ਉਹ, ਇਹ ਆਦਿ। ਮਤਲਬ ਕਿਸੇ ਨਿਸ਼ਚਿਤ ਚੀਜ਼ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ, ਕਿਸੇ ਨਿਸ਼ਚਿਤ ਵਿਅਕਤੀ, ਵਸਤੂ ਜਾਂ ਚੀਜ਼ ਦੇ ਬਾਰੇ ਗੱਲ ਕਰੀ ਜਾਵੇ ਤਾਂ ਉੱਥੇ ਨਿਸ਼ਚੈਵਾਚਕ ਪੜ੍ਹਨਾਂਵ ਹੁੰਦਾ। ਜਿਸ ਤਰ੍ਹਾਂ ਕਿ ਉਦਾਹਰਣ ਦੇਖੋ, ਇਹ ਸਕੂਲ ਦਾ ਦਫ਼ਤਰ ਹੈ। ਮਤਲਬ ਜਿੱਥੇ ਦਫ਼ਤਰ ਹੈ ਉਸ ਦੇ ਵੱਲ ਇਸ਼ਾਰਾ ਕਰਕੇ ਦੱਸਿਆ ਜਾ ਰਿਹਾ ਕਿ ਇਹ ਸਕੂਲ ਦਾ ਦਫ਼ਤਰ ਹੈ। ਉਹ ਰੇਡੀਓ ਸਟੇਸ਼ਨ ਹੈ। ਅੱਗੇ ਇਸ ਦਾ ਚੌਥਾ ਪ੍ਰਕਾਰ ਆਉਂਦਾ ਹੈ ਅਨਿਸ਼ਚੈਵਾਚਕ ਸਰਵਨਾਮ। ਤਾਂ ਜਿਹੜੇ ਪੜ੍ਹਨਾਂਵ ਸ਼ਬਦ ਤੋਂ ਕਿਸੇ ਵਿਅਕਤੀ, ਜੀਵ, ਵਸਤੂ ਜਾਂ ਸਥਾਨ ਆਦਿ ਦਾ ਸਪਸ਼ਟ ਜਾਂ ਨਿਸ਼ਚਿਤ ਗਿਆਨ ਨਾ ਹੋਵੇ ਉਸ ਨੂੰ ਅਨਿਸ਼ਚੈਵਾਚਕ ਪੜ੍ਹਨਾਂਵ ਆਖਿਆ ਜਾਂਦਾ ਹੈ। ਜਿਵੇਂ ਕੋਈ, ਕਈ, ਕੁਝ, ਹੋਰ, ਵਿਰਲਾ ਅਤੇ ਅਨੇਕ ਆਦਿ। ਉਦਾਹਰਣ ਦੇਖੋ ਇਸਦਾ। ਕਈ ਤਾਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਦਿਲਚਸਪੀ ਰੱਖਦੇ ਹਨ। ਕਈ ਮਤਲਬ ਕਈ ਬੱਚਿਆਂ ਦੇ ਬਾਰੇ ਗੱਲ ਹੋ ਰਹੀ ਹੈ, ਕੋਈ ਨਿਸ਼ਚਿਤ ਨਹੀਂ ਹੈ ਇਸ ਦੇ ਵਿੱਚ ਵੀ ਕਿਸ ਦੇ ਬਾਰੇ ਹੋ ਰਹੀ ਹੈ। ਅਨਿਸ਼ਚਿਤ ਹਨ, ਕੁਛ ਪਤਾ ਨਹੀਂ ਚੱਲ ਰਿਹਾ ਕਿ ਕਿਹੜਾ ਬੰਦਾ ਹੈ ਜਿਹੜਾ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਦਿਲਚਸਪੀ ਲੈਂਦਾ ਹੈ। ਅਗਲਾ ਉਦਾਹਰਣ ਹੈ ਇਸਦਾ। ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਅਗਲਾ ਇਸਦਾ ਪ੍ਰਕਾਰ ਦੇਖੋ। ਪੰਜਵਾਂ ਪ੍ਰਕਾਰ ਹੈ ਸੰਬੰਧਵਾਚਕ ਪੜ੍ਹਨਾਂਵ। ਜਿਹੜਾ ਸ਼ਬਦ ਨਾਂਵ ਸ਼ਬਦ ਦੀ ਥਾਂ 'ਤੇ ਵਰਤਿਆ ਜਾਵੇ ਪਰ ਨਾਲ ਹੀ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰੇ ਉਸ ਨੂੰ ਸੰਬੰਧਵਾਚਕ, ਮਤਲਬ ਕਿ ਜਿਹੜਾ ਦੋ ਚੀਜ਼ਾਂ ਦੇ ਵਿੱਚ ਸੰਬੰਧ ਨੂੰ ਪ੍ਰਗਟ ਕਰ ਰਿਹਾ ਹੈ, ਨਾਮ ਤੋਂ ਹੀ ਪਤਾ ਚੱਲ ਰਿਹਾ ਹੈ, ਉਸ ਨੂੰ ਸੰਬੰਧਵਾਚਕ ਪੜ੍ਹਨਾਂਵ ਆਖਿਆ ਜਾਂਦਾ ਹੈ। ਜਿਵੇਂ ਕਿ ਜੋ, ਜਿਹੜਾ, ਸੋ।
ਉਦਾਹਰਣ ਦੇਖੋ, ਜੋ ਕਰੇਗਾ ਸੋ ਪਰੇਗਾ। ਜੋ ਅਤੇ ਸੋ ਇਹ ਦੋਨੋਂ ਜਿਹੜੇ ਹਨ ਇਹ ਵਾਕ ਨੂੰ ਆਪਸ ਦੇ ਵਿੱਚ ਜੋੜ ਰਹੇ ਹਨ। ਤਾਂ ਇਹ ਇੱਥੇ ਕੀ ਹੈ? ਸੰਬੰਧਵਾਚਕ ਪੜ੍ਹਨਾਂਵ। ਅਗਲਾ ਇਸਦਾ 6ਵਾਂ ਪ੍ਰਕਾਰ ਦੇਖੋ, ਲਾਸਟ ਵਾਲਾ ਹੈ ਪ੍ਰਸ਼ਨਵਾਚਕ ਪੜ੍ਹਨਾਂਵ। ਤਾਂ ਜਿਹੜਾ ਸ਼ਬਦ ਨਾਂਵ ਸ਼ਬਦ ਦੀ ਥਾਂ 'ਤੇ ਵਰਤਿਆ ਜਾਵੇ, ਨਾਂਵ ਦੀ ਥਾਂ 'ਤੇ ਵਰਤਿਆ ਜਾਵੇ, ਪਰ ਨਾਲ ਹੀ ਉਸ ਰਾਹੀਂ ਕੋਈ ਪ੍ਰਸ਼ਨ ਵੀ ਪੁੱਛਿਆ ਜਾਵੇ, ਉਸ ਨੂੰ ਪ੍ਰਸ਼ਨਵਾਚਕ ਪੜ੍ਹਨਾਂਵ ਆਖਿਆ ਜਾਂਦਾ ਹੈ। ਜਿਵੇਂ ਕੌਣ, ਕੀ, ਕਿਹੜਾ, ਕਿਹਨੂੰ। ਮਤਲਬ ਕੀ ਹੈ ਕਿ ਵਾਕ ਦੇ ਵਿੱਚ ਇੱਕ ਅਜਿਹਾ ਸ਼ਬਦ ਆਉਂਦਾ ਹੈ ਜਿਸ ਦੇ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਕਿਸੇ ਤੋਂ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਜਾ ਰਿਹਾ ਹੈ, ਤਾਂ ਉੱਥੇ ਪ੍ਰਸ਼ਨਵਾਚਕ ਪੜ੍ਹਨਾਂਵ ਹੁੰਦਾ ਹੈ। ਜਿਸ ਤਰ੍ਹਾਂ ਉਦਾਹਰਣ ਦੇਖੋ, ਕੌਣ ਗਾ ਰਿਹਾ ਹੈ। ਤਾਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਕੌਣ ਗਾ ਰਿਹਾ ਹੈ। ਤੈਨੂੰ ਕਿਸ ਨੇ ਕੁੱਟਿਆ ਹੈ। ਤਾਂ ਇਹ ਗੱਲ ਪੁੱਛੀ ਜਾ ਰਹੀ ਹੈ ਕਿਸੇ ਤੋਂ ਕਿ ਤੈਨੂੰ ਕਿਸ ਨੇ ਕੁੱਟਿਆ ਹੈ। ਤਾਂ ਇਹ ਸੀ ਪੜ੍ਹਨਾਂਵ ਅਤੇ ਪੜ੍ਹਨਾਂਵ, ਉਦਾਹਰਣ ਸਹਿਤ ਪਰਿਭਾਸ਼ਾ, ਸਭ ਕੁਛ। ਅਤੇ ਟੌਪਿਕ ਤੁਹਾਡਾ ਕੰਪਲੀਟ ਹੋ ਚੁੱਕਿਆ ਹੈ ਪੜ੍ਹਨਾਂਵ। ਥੈਂਕਸ।